ਗੁੱਡ ਮਾਰਨਿੰਗ ਸਟੂਡੈਂਟਸ, ਮਾਈ ਨੇਮ ਇਜ਼ ਉਮਰਪ੍ਰੀਤ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਕੇ ਜ਼ਿਲ੍ਹਾ ਮੋਗਾ ਵਿਖੇ ਐਜ਼ ਏ ਵੋਕੇਸ਼ਨਲ ਟੀਚਰ ਹੈਲਥ ਕੇਅਰ ਕੰਮ ਕਰ ਰਹੀ ਹਾਂ। ਅੱਜ ਮੈਂ ਤੁਹਾਨੂੰ 11ਵੀਂ ਕਲਾਸ ਦੇ 3rd ਯੂਨਿਟ ਦੇ 8th ਸੈਸ਼ਨ ਦੇ ਟੌਪਿਕ ਟਾਈਮ ਮੈਨੇਜਮੈਂਟ ਮਤਲਬ ਸਮੇਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦੇਵਾਂਗੀ ਕਿ ਸਮੇਂ ਦੀ ਵਰਤੋਂ ਸਹੀ ਢੰਗ ਨਾਲ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਸਮੇਂ ਨੂੰ ਭਾਗਾਂ ਵਿੱਚ ਵੰਡ ਕੇ ਜ਼ਰੂਰੀ ਕੰਮਾਂ ਨੂੰ ਇੱਕ ਵਧੀਆ ਢੰਗ ਨਾਲ ਪੂਰਾ ਕੀਤਾ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਗੈਰ ਜ਼ਰੂਰੀ ਜਾਂ ਕਹਿ ਸਕਦੇ ਹਾਂ ਕਿ ਘੱਟ ਜ਼ਰੂਰੀ ਕੰਮਾਂ 'ਤੇ ਸਮਾਂ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਮੀਦ ਹੈ ਕਿ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਸਮਝੋਗੇ। ਹਾਂਜੀ, ਤਾਂ ਸਭ ਤੋਂ ਪਹਿਲਾਂ ਹੈ ਡੈਫੀਨੇਸ਼ਨ। ਸਮੇਂ ਦੇ ਪ੍ਰਬੰਧਨ ਦੀ ਪਰਿਭਾਸ਼ਾ ਇਹ ਹੈ ਕਿ ਇਹ ਇੱਕ ਅਜਿਹਾ ਪ੍ਰੋਸੈਸ ਹੈ ਜਾਂ ਕਹਿ ਸਕਦੇ ਹਾਂ ਕਿ ਇੱਕ ਅਜਿਹੀ ਗਤੀਵਿਧੀ ਹੈ ਜਿਸ ਵਿੱਚ ਅਸੀਂ ਸਮੇਂ ਦੀ ਇੱਕ ਯੋਗ ਤਰੀਕੇ ਨਾਲ ਯੋਜਨਾ ਬਣਾ ਕੇ ਸਮੇਂ ਨੂੰ ਵੱਖ-ਵੱਖ ਕੰਮਾਂ ਵਿੱਚ ਉਹਨਾਂ ਕੰਮਾਂ ਦੀ ਜ਼ਰੂਰਤ ਦੇ ਅਨੁਸਾਰ ਵੰਡਣਾ, ਜਿਸ ਨਾਲ ਕਿ ਕੰਮ ਕਰਨ ਦਾ ਤਰੀਕਾ ਵੀ ਸੌਖਾ ਹੋ ਜਾਵੇਗਾ ਅਤੇ ਹਰ ਇੱਕ ਕੰਮ ਨੂੰ ਆਪਣਾ ਲੋੜੀਂਦਾ ਸਮਾਂ ਵੀ ਮਿਲ ਪਾਵੇਗਾ ਅਤੇ ਕੰਮ ਕਰਨ ਵਾਲੇ ਉੱਪਰ ਉਸ ਕੰਮ ਦਾ ਬੋਝ ਵੀ ਨਹੀਂ ਪਵੇਗਾ। ਇਸ ਯੋਜਨਾਬੱਧ ਤਰੀਕੇ ਦੇ ਨਾਲ ਸਮੇਂ ਨੂੰ ਵੱਖ-ਵੱਖ ਕੰਮਾਂ ਵਿੱਚ ਵੰਡਣ ਦੀ ਕਿਰਿਆ ਨੂੰ ਹੀ ਸਮੇਂ ਦਾ ਪ੍ਰਬੰਧਨ ਕਿਹਾ ਜਾਂਦਾ ਹੈ। ਹਾਂਜੀ, ਨੈਕਸਟ ਹੈ ਵਾਈ ਇਜ਼ ਟਾਈਮ ਮੈਨੇਜਮੈਂਟ ਇੰਪੋਰਟੈਂਟ, ਕਿ ਸਮੇਂ ਦਾ ਪ੍ਰਬੰਧਨ ਕਿਉਂ ਜ਼ਰੂਰੀ ਹੈ। ਤਾਂ ਇਸ ਦੇ ਬਹੁਤ ਸਾਰੇ ਕਾਰਨ ਹਨ ਕਿ ਸਮੇਂ ਦਾ ਪ੍ਰਬੰਧਨ ਕਿਉਂ ਜ਼ਰੂਰੀ ਹੈ। ਤਾਂ ਸਭ ਤੋਂ ਪਹਿਲਾ ਹੈ ਇਟ ਰਿਡਿਊਸਿਸ ਸਟ੍ਰੈਸ, ਕਿ ਇਹ ਸਾਡੇ ਦਿਮਾਗੀ ਤਣਾਅ ਨੂੰ ਘੱਟ ਕਰਦਾ ਹੈ। ਕਈ ਵਾਰ ਸਾਡੇ ਕਾਫੀ ਕੰਮ ਹੁੰਦੇ ਆ ਤਾਂ ਉਹ ਸਾਡੇ ਦਿਮਾਗ 'ਤੇ ਟੈਨਸ਼ਨ ਹੋ ਜਾਂਦੀ ਹੈ ਕਿ ਸਾਡਾ ਇਹ ਕੰਮ ਵੀ ਰਹਿੰਦਾ, ਇਹ ਵੀ ਰਹਿੰਦਾ, ਜੇਕਰ ਅਸੀਂ ਇਸ ਸਮੇਂ ਨੂੰ ਟਾਈਮ 'ਤੇ ਨਾ ਕੀਤਾ ਤਾਂ ਪਤਾ ਨਹੀਂ ਕੀ ਹੋ ਜਾਣਾ। ਇਸ ਤਰ੍ਹਾਂ ਅਸੀਂ ਸਮੇਂ ਨੂੰ ਜੇਕਰ ਚੰਗੀ ਤਰ੍ਹਾਂ ਉਸ ਦਾ ਪ੍ਰਬੰਧਨ ਕਰਾਂਗੇ ਤਾਂ ਅਸੀਂ ਸਮੇਂ ਨੂੰ ਸਹੀ ਤਰੀਕੇ ਅਤੇ ਕੰਮ ਦੇ ਅਨੁਸਾਰ ਵੰਡ ਲਵਾਂਗੇ ਕਿ ਇੰਨੇ ਸਮੇਂ ਵਿੱਚ ਅਸੀਂ ਇਹ ਕੰਮ ਪੂਰਾ ਹੋ ਸਕਦਾ ਹੈ, ਤਾਂ ਸਾਡੇ ਸਟ੍ਰੈਸ ਯਾਨੀ ਕਿ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਸਮੇਂ ਦੇ ਪ੍ਰਬੰਧਨ ਦੀ ਇੰਪੋਰਟੈਂਸ ਇਹ ਹੈ ਕਿ ਇਹ ਸਾਡੇ ਦਿਮਾਗੀ ਬੋਝ ਜਾਂ ਦਿਮਾਗੀ ਤਣਾਅ ਨੂੰ ਘੱਟ ਕਰਦਾ ਹੈ। ਦੂਸਰਾ, ਅਲਾਉਜ਼ ਯੂ ਟੂ ਸਟੇ ਇਨ ਕੰਟਰੋਲ, ਕਿ ਇਹ ਸਾਡਾ ਆਪਣੇ ਆਪ 'ਤੇ ਕੰਟਰੋਲ ਰੱਖਣ ਵਿੱਚ, ਸਾਡੇ ਮਾਨਸਿਕ ਸੰਤੁਲਨ ਨੂੰ ਬਣਾ ਕੇ ਰੱਖਣ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿ ਜੇ ਅਸੀਂ ਆਪਣੇ ਆਪ 'ਤੇ ਆਪਣਾ ਕੰਟਰੋਲ ਰੱਖਾਂਗੇ ਫਿਰ ਹੀ ਅਸੀਂ ਕੋਈ ਕੰਮ ਸਹੀ ਤਰੀਕੇ ਨਾਲ ਕਰ ਸਕਾਂਗੇ। ਦੈਨ ਇਟ ਅਲਾਉਜ਼ ਯੂ ਟੂ ਸਟੇ ਇਨ ਕੰਟਰੋਲ। ਐਂਡ ਨੈਕਸਟ, ਇਟ ਹੈਲਪਸ ਟੂ ਅਚੀਵ ਮੋਰ, ਜ਼ਿਆਦਾ ਤੋਂ ਜ਼ਿਆਦਾ ਅਚੀਵ ਕਰਨ ਅਤੇ ਸਫਲ ਹੋਣ ਵਿੱਚ ਵੀ ਸਾਡੀ ਸਹਾਇਤਾ ਕਰਦਾ ਹੈ। ਐਂਡ ਦਾ ਨੈਕਸਟ, ਇਟ ਮੈਨੇਜ ਕਨਫਲਿਕਟਿੰਗ ਡੈਡਲਾਈਨਸ। ਸਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਕਨਫਲਿਕਟਸ ਆਉਂਦੇ ਆ ਕਿ ਅੱਜ ਜੇ ਕੰਮ ਨਾ ਪੂਰਾ ਹੋਇਆ ਤਾਂ ਪਤਾ ਨਹੀਂ ਕੀ ਹੋਏਗਾ, ਜਾਂ ਫਿਰ ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਇੱਦਾਂ ਦੀਆਂ ਕਾਫੀ ਚੀਜ਼ਾਂ ਜੋ ਕਿ ਸਾਨੂੰ ਕੰਮ ਕਰਨ ਦੇ ਵਿੱਚ ਸਾਡਾ ਅੜਿੱਕਾ ਬਣਦੀਆਂ। ਜੇਕਰ ਅਸੀਂ ਸਮੇਂ ਦਾ ਸਹੀ ਪ੍ਰਬੰਧਨ ਕੀਤਾ ਹੋਏਗਾ ਕਿ ਇੰਨੇ ਸਮੇਂ ਦੇ ਵਿੱਚ ਅਸੀਂ ਆਹ ਕੰਮ ਪੂਰਾ ਕਰਾਂਗੇ ਤਾਂ ਜਿਹੜੇ ਇਹ ਕਨਫਲਿਕਟਸ ਹੈਗੇ ਇਹਨਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਐਂਡ ਨੈਕਸਟ ਹੈਗਾ ਇਟ ਸ਼ੋਜ਼ ਦੈਟ ਯੂ ਕੈਨ ਪ੍ਰਾਇਓਰਿਟਾਈਜ਼ ਟਾਸਕ। ਪ੍ਰਾਇਓਰਿਟਾਈਜ਼ ਦਾ ਕੀ ਮਤਲਬ ਹੈ ਕਿ ਕਈ ਕੰਮ ਸਾਡੇ ਅਜਿਹੇ ਹੁੰਦੇ ਹਨ ਜੋ ਕਿ ਬਹੁਤ ਜ਼ਰੂਰੀ ਹੁੰਦੇ ਹਨ ਅਤੇ ਜਿਨ੍ਹਾਂ ਦਾ ਸਮਾਂ ਵੀ ਜ਼ਿਆਦਾ ਚਾਹੀਦਾ ਹੁੰਦਾ ਅਤੇ ਉਹਨਾਂ ਦੇ ਸਮੇਂ 'ਤੇ ਪੂਰਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ। ਅਤੇ ਕਈ ਹੋਰ ਕੰਮ ਹੁੰਦੇ ਹਨ ਜੋ ਜ਼ਰੂਰੀ ਤਾਂ ਹੁੰਦੇ ਹਨ ਪਰ ਉਹਨਾਂ ਨੂੰ ਹਜੇ ਅਸੀਂ ਥੋੜ੍ਹਾ ਰੁਕ ਕੇ ਵੀ ਕਰ ਸਕਦੇ ਹੁੰਦੇ ਹਾਂ। ਤਾਂ ਹਰ ਇੱਕ ਕੰਮ ਨੂੰ ਉਸਦੀ ਪ੍ਰਾਇਓਰਿਟੀ ਦੇ ਹਿਸਾਬ ਨਾਲ ਵੰਡਣਾ, ਜੋ ਕੰਮ ਸਭ ਤੋਂ ਜ਼ਰੂਰੀ ਹੈ ਅਤੇ ਉਸਨੂੰ ਕਿੰਨਾ ਸਮਾਂ ਚਾਹੀਦਾ ਹੈ ਉਸਨੂੰ ਉਸ ਤਰੀਕੇ ਨਾਲ ਉਸਨੂੰ ਸਮਾਂ ਦੇਣਾ ਅਤੇ ਜੋ ਉਸ ਤੋਂ ਘੱਟ ਜ਼ਰੂਰੀ ਹੈ ਉਸਨੂੰ ਉਸ ਤੋਂ ਬਾਅਦ ਕਰਨਾ। ਤਾਂ ਪ੍ਰਾਇਓਰਿਟੀ ਦੇ ਵਾਈਜ਼ ਕੰਮਾਂ ਨੂੰ ਡਿਵਾਈਡ ਕਰਨਾ ਕਿ ਸਭ ਤੋਂ ਜ਼ਰੂਰੀ ਕੰਮ ਪਹਿਲਾਂ ਕਰਨਾ ਅਤੇ ਇਸਨੂੰ ਇੰਨਾ ਸਮਾਂ ਦੇਣਾ, ਉਸ ਤੋਂ ਘੱਟ ਜ਼ਰੂਰੀ ਕੰਮ ਉਸ ਤੋਂ ਬਾਅਦ ਕਰਨਾ, ਉਸਨੂੰ ਇੰਨਾ ਸਮਾਂ ਦੇਣਾ। ਇਸ ਤਰ੍ਹਾਂ ਆਪਾਂ ਕੰਮਾਂ ਨੂੰ ਪ੍ਰਾਇਓਰਿਟਾਈਜ਼ ਕਰਾਂਗੇ ਤਾਂ ਸਮੇਂ ਦਾ ਸਾਡਾ ਬਹੁਤ ਸਹੀ ਪ੍ਰਬੰਧਨ ਹੁੰਦਾ ਹੈ। ਐਂਡ ਲਾਸਟ, ਵਰਕ ਐਂਡ ਲਾਈਫ ਬੈਲੈਂਸ। ਇਸ ਤੋਂ ਇਲਾਵਾ ਕੀ ਹੈ, ਇਹ ਸਾਡੇ ਕੰਮਾਂ ਅਤੇ ਜ਼ਿੰਦਗੀ ਦਾ ਇੱਕ ਸੰਤੁਲਨ ਬਣਿਆ ਰਹਿੰਦਾ ਹੈ ਕਿਉਂਕਿ ਹਰ ਇੱਕ ਕੰਮ ਜੇਕਰ ਸਮੇਂ 'ਤੇ ਪੂਰਾ ਹੁੰਦਾ ਰਹੇਗਾ ਤਾਂ ਜਿਸ ਕੰਮ ਨੂੰ ਜਿੰਨੇ ਸਮੇਂ ਦੀ ਲੋੜ ਹੈ ਉਹ ਟਾਈਮ ਉਸ ਕੰਮ ਨੂੰ ਮਿਲਦਾ ਰਹੇਗਾ ਤਾਂ ਸਾਡੀ ਜ਼ਿੰਦਗੀ ਦਾ ਅਤੇ ਸਾਡੇ ਕੰਮਾਂ ਦਾ ਇੱਕ ਸੰਤੁਲਨ ਬਣਿਆ ਰਹੇਗਾ। ਹਾਂਜੀ,
ਤਾਂ ਨੈਕਸਟ ਹੈ ਅਕੋਰਡਿੰਗ ਟੂ ਪ੍ਰਾਇੋਰਟਾਈਜ਼ ਕੰਮਾਂ ਨੂੰ ਵੰਡਣਾ। ਜਦੋਂ ਅਸੀਂ ਕੰਮਾਂ ਨੂੰ ਪ੍ਰਾਇੋਰਟੀ ਵਾਈਜ਼ ਵੰਡਦੇ ਹਾਂ ਤਾਂ ਕੰਮ ਦੋ ਤਰ੍ਹਾਂ ਦੇ ਹੁੰਦੇ ਆ, ਅਰਜੈਂਟ ਐਂਡ ਨੋਨ ਅਰਜੈਂਟ। ਅਰਜੈਂਟ ਅਤੇ ਇੰਪੋਰਟੈਂਟ ਵੀ ਇਸ ਤਰ੍ਹਾਂ ਦੇ ਕੰਮ ਹੁੰਦੇ ਹਨ ਜੋ ਕਿ ਹੁਣੇ ਕਰਨੇ ਬਹੁਤ ਜ਼ਰੂਰੀ ਹੁੰਦੇ ਹਨ, ਅਤੇ ਨਾਟ ਅਰਜੈਂਟ ਜਾਂ ਨੋਨ ਇੰਪੋਰਟੈਂਟ ਦੇ ਵਿੱਚ ਆਪਾਂ ਕਿਹੜੇ ਕੰਮ ਆ ਜਾਂਦੇ ਆ ਕਿ ਜਿਨ੍ਹਾਂ ਨੂੰ ਕਰਨਾ ਜ਼ਰੂਰੀ ਵੀ ਹੁੰਦਾ ਪਰ ਉਹਨਾਂ ਨੂੰ ਹਜੇ ਆਪਾਂ ਥੋੜ੍ਹਾ ਡਿਲੇ ਕਰ ਸਕਦੇ ਹੁੰਦੇ ਹਾਂ, ਮਤਲਬ ਥੋੜ੍ਹਾ ਰੁਕ ਕੇ ਵੀ ਕਰ ਸਕਦੇ ਹੁੰਦੇ ਹਾਂ, ਜਾਂ ਫਿਰ ਉਹਨਾਂ ਨੂੰ ਇਗਨੋਰ ਵੀ ਕਰ ਸਕਦੇ ਹੁੰਦੇ ਹਾਂ ਕਿ ਜੇਕਰ ਅਸੀਂ ਆਪਾਂ ਉਹ ਕੰਮ ਨਹੀਂ ਵੀ ਕਰਾਂਗੇ ਤਾਂ ਵੀ ਸਾਡਾ ਸਰ ਜਾਣਾ। ਤਾਂ ਇਹ ਕੈਟਾਗਰਾਈਜ਼ ਕਰਨਾ ਕੰਮਾਂ ਨੂੰ ਇਸ ਤਰੀਕੇ ਨਾਲ, ਅਰਜੈਂਟ, ਨੋਨ ਅਰਜੈਂਟ, ਇੰਪੋਰਟੈਂਟ ਔਰ ਨੋਨ ਇੰਪੋਰਟੈਂਟ ਤਰੀਕੇ ਨਾਲ। ਤਾਂ ਨੈਕਸਟ ਹੈ ਬੱਚੇ ਟਾਈਮ ਮੈਨੇਜਮੈਂਟ ਟਿਪਸ। ਟਾਈਮ ਮੈਨੇਜਮੈਂਟ ਟਿਪਸ ਦੇ ਵਿੱਚ ਕੀ ਹੈ ਕਿ ਸਾਡੇ ਕਈ ਤਰ੍ਹਾਂ ਦੇ ਸਟੈਪਸ ਆਉਂਦੇ ਆ ਇਹਦੇ ਵਿੱਚ। ਸਭ ਤੋਂ ਪਹਿਲਾਂ ਹੈ ਸੈੱਟ ਗੋਲਸ ਕਰੈਕਟਲੀ, ਕਿ ਸਭ ਤੋਂ ਪਹਿਲਾਂ ਆਪਣੇ ਸਹੀ ਉਦੇਸ਼ ਬਣਾਓ ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ ਅਤੇ ਅਸੀਂ ਅਚੀਵ ਕੀ ਕਰਨਾ ਹੈ। ਜੇਕਰ ਸਾਡੇ ਗੋਲਸ ਪ੍ਰੋਪਰਲੀ ਸੈੱਟ ਹੋਣਗੇ ਫਿਰ ਹੀ ਸਾਡਾ ਜਿਹੜਾ ਕੰਮ ਹੈ ਉਹ ਸਹੀ ਤਰੀਕੇ ਨਾਲ ਅਸੀਂ ਅਟੈਂਪਟ ਕਰ ਪਾਵਾਂਗੇ। ਐਂਡ ਦਾ ਸੈਕਿੰਡ ਹੈ ਪ੍ਰਾਇੋਰਟਾਈਜ਼ ਵਾਈਜ਼ਲੀ, ਜਿਵੇਂ ਕਿ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਕੰਮ ਨੂੰ ਪ੍ਰਾਇੋਰਟਾਈਜ਼ ਕਰਨਾ, ਕਿ ਉਸਦੀ ਇੰਪੋਰਟੈਂਸ ਦੇ ਹਿਸਾਬ ਨਾਲ ਉਹਨੂੰ ਵੰਡਣਾ। ਜਿਸ ਤਰ੍ਹਾਂ ਇੰਪੋਰਟੈਂਸ ਵਿੱਚ ਵੀ ਦੱਸਿਆ ਗਿਆ ਕਿ ਕੰਮਾਂ ਦੀ ਜ਼ਰੂਰਤ ਦੇ ਅਨੁਸਾਰ ਕਿ ਕਿਹੜਾ ਕੰਮ ਸਭ ਤੋਂ ਪਹਿਲਾਂ ਜ਼ਰੂਰੀ ਹੋਣਾ ਲਾਜ਼ਮੀ ਹੈ ਅਤੇ ਕਿਹੜਾ ਇਸ ਤੋਂ ਬਾਅਦ, ਉਸ ਤਰੀਕੇ ਨਾਲ ਉਹਨਾਂ ਕੰਮਾਂ ਨੂੰ ਵੰਡਣਾ, ਉਸ ਨੂੰ ਕਹਿੰਦੇ ਆਪਾਂ ਪ੍ਰਾਇੋਰਟਾਈਜ਼ ਵਾਈਜ਼ਲੀ। ਐਂਡ ਦਾ ਨੈਕਸਟ ਇਜ਼ ਸੈਟ ਅ ਟਾਈਮ ਲਿਮਿਟ। ਉਸ ਤੋਂ ਬਾਅਦ ਇੱਕ ਟਾਈਮ ਦੀ ਲਿਮਿਟ ਬਣਾਉਣੀ ਕਿ ਕਿਹੜਾ ਕੰਮ ਅਸੀਂ ਕਿੰਨੇ ਸਮੇਂ ਵਿੱਚ ਕਰ ਸਕਦੇ ਹਾਂ, ਜਾਂ ਸਾਡੇ ਕੋਲ ਕਿੰਨਾ ਸਮਾਂ ਹੈ ਕਿ ਅਸੀਂ ਉਸ ਕੰਮ ਨੂੰ ਕਿੰਨਾ ਸਮਾਂ ਆਪਣੇ ਵੱਲੋਂ ਦੇ ਸਕਦੇ ਹਾਂ। ਤਾਂ ਉਸ ਤਰ੍ਹਾਂ ਇੱਕ ਟਾਈਮ ਦੀ ਲਿਮਿਟ ਸੈੱਟ ਕਰਨੀ ਕਿ ਕਿੰਨੇ ਸਮੇਂ ਵਿੱਚ ਅਸੀਂ ਕਿਹੜੇ ਕੰਮ ਨੂੰ ਪੂਰਾ ਕਰਨਾ ਹੈ। ਐਂਡ ਨੈਕਸਟ ਟੇਕ ਬ੍ਰੇਕਸ ਬਿਟਵੀਨ ਟਾਸਕਸ। ਜਦੋਂ ਅਸੀਂ ਕੋਈ ਕੰਮ ਲਗਾਤਾਰ ਕਰਦੇ ਰਹਿੰਦੇ ਹਾਂ ਤਾਂ ਉਸ ਵਿੱਚ ਬ੍ਰੇਕ ਲੈਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਲਗਾਤਾਰ ਕੰਮ ਕਰਨ ਦੇ ਨਾਲ ਇੱਕ ਤਾਂ ਸਾਡਾ ਜੋ ਸਰੀਰ ਹੈ ਉਹ ਵੀ ਥੱਕਿਆ ਥੱਕਿਆ ਮਹਿਸੂਸ ਕਰੇਗਾ, ਇਸ ਤੋਂ ਇਲਾਵਾ ਕੀ ਹੈ ਉਸ ਕੰਮ ਵਿੱਚ ਸਾਡੀ ਰੁਚੀ ਹੈ ਉਹ ਵੀ ਘਟ ਜਾਏਗੀ। ਐਂਡ ਦਾ ਨੈਕਸਟ ਇਜ਼ ਆਰਗੇਨਾਈਜ਼ ਯੂਅਰਸੈਲਫ। ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ। ਜੋ ਵੀ ਤੁਸੀਂ ਪਲਾਨ ਕੀਤਾ, ਜਿਸ ਤਰੀਕੇ ਨਾਲ ਤੁਸੀਂ ਕੰਮ ਨੂੰ ਕਰਨ ਬਾਰੇ ਸੋਚਿਆ, ਜੋ ਯੋਜਨਾ ਬਣਾਈ ਹੈ ਉਸ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ। ਐਂਡ ਦਾ ਨੈਕਸਟ ਰਿਮੂਵ ਨਾਨ ਇਸੈਂਸ਼ੀਅਲ ਟਾਸਕਸ। ਗੈਰ ਜ਼ਰੂਰੀ ਕੰਮਾਂ ਨੂੰ ਆਪਣੇ ਰਸਤੇ 'ਚੋਂ ਹਟਾਉਣਾ। ਜੋ ਕਿ ਕਈ ਕੰਮ ਇੱਦਾਂ ਦੇ ਹੁੰਦੇ ਆ ਜੋ ਕਿ ਸਾਡਾ ਧਿਆਨ ਸਾਡੇ ਜ਼ਰੂਰੀ ਕੰਮ ਤੋਂ ਭਟਕਾਉਣ ਵਿੱਚ ਅੜਿੱਕੇ ਬਣਦੇ ਆ, ਉਹਨਾਂ ਨੂੰ ਇੱਕ ਵਾਰ ਸਾਈਡ 'ਤੇ ਕਰਨਾ ਤਾਂ ਜੋ ਕਿ ਆਪਾਂ ਆਪਣੇ ਜ਼ਰੂਰੀ ਕੰਮ ਨੂੰ ਸਮੇਂ ਸਿਰ ਪੂਰਾ ਕਰ ਸਕੀਏ। ਐਂਡ ਦਾ ਲਾਸਟ ਇਜ਼ ਪਲਾਨ ਅਹੈਡ। ਜੋ ਤੁਸੀਂ ਪਲਾਨ ਬਣਾਇਆ ਉਸ ਨੂੰ ਲਾਗੂ ਕਰਨਾ। ਓਕੇ, ਇਹ ਸੀਗੇ ਟਾਈਮ ਮੈਨੇਜਮੈਂਟ ਦੇ ਟਿਪਸ। ਸਭ ਤੋਂ ਪਹਿਲਾਂ ਆਪਣੇ ਗੋਲਸ ਨੂੰ ਸੈੱਟ ਕਰਨਾ, ਦੂਸਰੇ ਨੰਬਰ 'ਤੇ ਪ੍ਰਾਇੋਰਟਾਈਜ਼ ਕਰਨਾ ਜ਼ਰੂਰੀ ਅਤੇ ਗੈਰ ਜ਼ਰੂਰੀ ਕੰਮਾਂ ਨੂੰ, ਉਸ ਤੋਂ ਬਾਅਦ ਇੱਕ ਟਾਈਮ ਦੀ ਲਿਮਿਟ ਸੈੱਟ ਕਰਨੀ ਕਿ ਕਿੰਨੇ ਸਮੇਂ ਵਿੱਚ ਅਸੀਂ ਕਿਹੜਾ ਕੰਮ ਪੂਰਾ ਕਰ ਸਕਦੇ ਹਾਂ, ਉਸ ਤੋਂ ਬਾਅਦ ਬ੍ਰੇਕਸ ਵਿੱਚ ਲੈਣੇ ਤਾਂ ਜੋ ਕੀ ਹੈ ਸਾਡੀ ਰੁਚੀ ਕੰਮ ਵਿੱਚ ਬਣੀ ਰਹੇ ਅਤੇ ਸਾਡਾ ਸਰੀਰ ਥੱਕਿਆ ਥੱਕਿਆ ਵੀ ਮਹਿਸੂਸ ਨਾ ਕਰੇ। ਉਸ ਤੋਂ ਬਾਅਦ ਆਰਗੇਨਾਈਜ਼ ਯੂਅਰਸੈਲਫ। ਆਪਣੇ ਆਪ ਨੂੰ ਆਪਣੇ ਪਲਾਨ ਦੇ ਅਕੋਰਡਿੰਗ ਤਿਆਰ ਕਰਨਾ। ਰਿਮੂਵ ਨਾਨ ਅਸੈਂਸ਼ੀਅਲ ਟਾਸਕਸ। ਜੋ ਵੀ ਅੜਿੱਕੇ ਹਨ ਸਾਡੇ ਕੰਮਾਂ ਦੇ ਵਿੱਚ ਉਹਨਾਂ ਨੂੰ ਹਟਾਉਣਾ ਅਤੇ ਪਲਾਨ ਨੂੰ ਲਾਗੂ ਕਰਨਾ। ਐਂਡ ਦਾ ਨੈਕਸਟ ਆਰ ਬੈਨੀਫਿਟਸ ਆਫ ਟਾਈਮ ਮੈਨੇਜਮੈਂਟ। ਹੁਣ ਜੇ ਟਾਈਮ ਦੇ ਮੈਨੇਜਮੈਂਟ ਦੇ ਜੋ ਬੈਨੀਫਿਟਸ ਹੈ ਉਹ ਬਹੁਤ ਜ਼ਿਆਦਾ ਨੇ, ਜੋ ਕਿ ਆਪਾਂ ਇੰਪੋਰਟੈਂਸ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ। ਤਾਂ ਇੱਕ ਵਾਰ ਫਿਰ ਆਪਾਂ ਉਹਨਾਂ ਨੂੰ ਬੈਨੀਫਿਟਸ ਦੇ ਵਿੱਚ ਦੇਖਦੇ ਹਾਂ। ਸਭ ਤੋਂ ਪਹਿਲਾ ਬੈਨੀਫਿਟ ਹੈ ਕਿ ਰਿਡਿਊਸ ਯੂਅਰ ਸਟ੍ਰੈਸ, ਕਿ ਇਹ ਸਾਡੇ ਦਿਮਾਗੀ ਤਣਾਅ ਨੂੰ ਘੱਟ ਕਰਦਾ ਹੈ। ਕਈ ਵਾਰ ਸਾਡੇ ਦਿਮਾਗ 'ਤੇ ਕਿਸੇ ਕੰਮ ਦਾ ਬੋਝ ਪੈ ਜਾਂਦਾ ਹੈ ਕਿ ਇਹ ਕੰਮ ਸਾਡੇ ਤੋਂ ਨਹੀਂ ਹੋਣਾ ਜਾਂ ਅਸੀਂ ਕਿਵੇਂ ਕਰਾਂਗੇ, ਤਾਂ ਉਸ ਬੋਝ ਨੂੰ ਘੱਟ ਕਰਨ ਵਿੱਚ ਸਮੇਂ ਦਾ ਪ੍ਰਬੰਧਨ ਸਾਡੀ ਸਹਾਇਤਾ ਕਰਦਾ ਹੈ। ਜੇ ਅਸੀਂ ਸਮਾਂ ਵੰਡਿਆ ਹੋਏਗਾ ਕਿ ਇਸ ਕੰਮ 'ਤੇ ਅਸੀਂ ਇੰਨਾ ਸਮਾਂ ਹੀ ਲਗਾਉਣਾ ਹੈ ਤਾਂ ਸਾਡਾ ਜਿਹੜਾ ਦਿਮਾਗੀ ਤਣਾਅ ਹੈ ਉਹ ਘੱਟ ਜਾਵੇਗਾ। ਯੂ ਇੰਪਰੂਵ ਯੂਅਰ ਸੈਲਫ ਐਸਟੀਮ। ਸੋ ਇਹ ਸਾਡੇ ਆਤਮ ਸਨਮਾਨ ਨੂੰ ਵੀ ਵਧਾਉਂਦਾ ਹੈ ਅਤੇ ਸਾਡੇ ਆਪਣੇ ਆਪ ਨੂੰ ਇੱਕ ਵਧੀਆ ਫੀਲਿੰਗ ਆਉਂਦੀ ਹੈ ਕਿ ਆਪਣੇ ਕੰਮ ਨਾ ਹੋਣ ਕਰਕੇ ਕਿਸੇ ਦੇ ਸਾਹਮਣੇ ਸਾਨੂੰ ਸ਼ਰਮਿੰਦਾ ਨਹੀਂ ਹੋਣਾ ਪੈਂਦਾ।
ਇਸ ਲਈ ਇਹ ਸਾਡੀ ਸੈਲਫ ਇਸਟੀਮ ਜੋ ਕਿ ਸਾਡਾ ਆਤਮ ਸਨਮਾਨ ਹੈ ਉਸ ਨੂੰ ਵਧਾਉਣ ਵਿੱਚ ਸਾਡੀ ਸਹਾਇਤਾ ਕਰਦਾ ਹੈ। ਯੂ ਰੀਚ ਯੂਅਰ ਗੋਲਸ, ਜੋ ਤੁਸੀਂ ਨਿਸ਼ਾਨੇ ਮਿੱਥੇ ਹਨ ਜਾਂ ਉਦੇਸ਼ ਜਾਂ ਮਕਸਦ ਹਨ ਸਾਡੇ, ਉਹਨਾਂ ਨੂੰ ਪਾਉਣ ਵਿੱਚ ਸਾਡੀ ਸਹਾਇਤਾ ਕਰਦਾ ਹੈ। ਯੂ ਫੀਲ more confident in your ability to get things done, ਜੋ ਸਾਡਾ ਕੌਨਫੀਡੈਂਸ ਲੈਵਲ ਹੈ ਉਸ ਨੂੰ ਇਨਕਰੀਜ਼ ਕਰਦਾ ਹੈ। ਜੋ ਕੰਮ ਅਸੀਂ ਸਮੇਂ ਸਿਰ ਪੂਰਾ ਕੀਤਾ ਹੋਊਗਾ ਤਾਂ ਸਾਨੂੰ ਕਿਸੇ ਸਾਹਮਣੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੋਏਗੀ ਤੇ ਸਾਡਾ ਕੌਨਫੀਡੈਂਸ ਲੈਵਲ ਵੀ ਜ਼ਿਆਦਾ ਹੋਏਗਾ ਕਿ ਸਾਡਾ ਕੰਮ ਸਮੇਂ 'ਤੇ ਪੂਰਾ ਹੈ, ਕਿਉਂਕਿ ਅਸੀਂ ਉਸ ਕੰਮ ਵਿੱਚੋਂ ਵਿਚਰ ਚੁੱਕੇ ਹੋਵਾਂਗੇ। ਤਾਂ ਸਾਨੂੰ ਉਸ ਕੰਮ ਬਾਰੇ ਨੌਲੇਜ ਵੀ ਹੋਏਗੀ ਤੇ ਸਾਡਾ ਕੌਨਫੀਡੈਂਸ ਵੀ ਵਧੇਗਾ। ਯੂ ਅਵੋਇਡ ਮੈਲਟਡਾਊਨਸ ਸਿਕਨੈਸ, ਆਪਣੇ ਆਪ ਨੂੰ ਥੱਕਿਆ ਟੁੱਟਿਆ ਮਹਿਸੂਸ ਨਹੀਂ ਕਰਾਂਗੇ ਕਿਉਂਕਿ ਅਸੀਂ ਉਹ ਕੰਮ ਕਰ ਚੁੱਕੇ ਹੋਵਾਂਗੇ। ਤਾਂ ਸਾਡੇ ਅੰਦਰ ਇੱਕ ਅਜਿਹੀ ਸੈਲਫ ਇਸਟੀਮ ਹੋਏਗੀ ਕਿ ਸਾਡਾ ਜਿਹੜਾ ਸਰੀਰ ਹੈ ਉਹ ਇਹ ਨਹੀਂ ਸੋਚੇਗਾ ਕਿ ਹੁਣ ਨਹੀਂ ਕਰ ਸਕਦੇ ਜਾਂ ਕੁਝ ਵੀ ਨਹੀਂ ਹੋਣਾ। ਮਤਲਬ ਆਪਣੇ ਆਪ ਦੇ ਅੰਦਰ ਇੱਕ ਸੈਲਫ ਇਸਟੀਮ, ਸੈਲਫ ਕੌਨਫੀਡੈਂਸ ਪੈਦਾ ਹੋਏਗਾ, ਸਿਕਨੈਸ ਫੀਲ ਨਹੀਂ ਹੋਏਗੀ। ਯੂ ਅਚੀਵ ਬੈਲੈਂਸ ਇਨ ਯੂਅਰ ਲਾਈਫ, ਆਪਾਂ ਇੰਪੋਰਟੈਂਸ ਵਿੱਚ ਵੀ ਡਿਸਕਸ ਕੀਤਾ ਸੀ ਕਿ ਜਿਹੜਾ ਸਾਡਾ ਜ਼ਿੰਦਗੀ ਤੇ ਮਾਨਸਿਕ ਸੰਤੁਲਨ ਹੈ ਉਹ ਬਣਿਆ ਰਹੇਗਾ, ਕਿਉਂਕਿ ਆਪਾਂ ਜਿਹੜਾ ਕੰਮ ਆ ਆਪਣਾ ਸਮੇਂ ਸਿਰ ਪੂਰਾ ਕਰਾਂਗੇ, ਵਧੀਆ ਤਰੀਕੇ ਨਾਲ ਪੂਰਾ ਕਰਾਂਗੇ, ਜੋ ਜ਼ਰੂਰੀ ਕੰਮ ਹੈ ਉਸ ਨੂੰ ਟਾਈਮ ਦੇਵਾਂਗੇ ਤਾਂ ਆਪਣਾ ਜਿਹੜਾ ਮਾਨਸਿਕ ਤੇ ਜ਼ਿੰਦਗੀ ਦਾ ਸੰਤੁਲਨ ਹੈ ਉਹ ਬਣਿਆ ਰਹੇਗਾ। ਐਂਡ ਦ ਲਾਸਟ ਇਜ਼ ਯੂ ਆਰ ਮੋਰ ਪ੍ਰੋਡਕਟਿਵ, ਹੋਰ ਜ਼ਿਆਦਾ ਗਰੋ ਕਰਨ ਦੀ ਪਾਵਰ ਆਏਗੀ ਕਿਉਂਕਿ ਜਿਸ ਕੰਮ ਬਾਰੇ ਨੌਲੇਜ ਸਾਨੂੰ ਹੋ ਜਾਂਦੀ ਹੈ ਜਾਂ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਕੰਮ ਨੂੰ ਪੂਰਾ ਕਰ ਸਕਦੇ ਹਾਂ ਤਾਂ ਅਸੀਂ ਹੋਰ ਅੱਗੇ ਦੀ ਅੱਗੇ ਉਸ ਵਿੱਚ ਵੱਧਦੇ ਜਾਂਦੇ ਹਾਂ। ਤਾਂ ਸਾਡਾ ਜਿਹੜਾ ਹੋਰ ਗਰੋ ਪ੍ਰੋਡਕਟਿਵ ਬਣਦੇ ਜਾਂਦੇ ਹਾਂ ਅਤੇ ਗਰੋ ਕਰਦੇ ਜਾਂਦੇ ਹਾਂ ਉਸ ਫੀਲਡ ਦੇ ਵਿੱਚ। ਸੋ ਇਹ ਸੀ ਬੱਚੇ ਟਾਈਮ ਮੈਨੇਜਮੈਂਟ ਦੀ ਇੰਪੋਰਟੈਂਸ, ਉਸਦੇ ਬੈਨੀਫਿਟਸ। ਇੱਕ ਵਾਰ ਫੇਰ ਆਪਾਂ ਇਸ ਦੇ ਬਾਰੇ ਰੀਕੈਪਚੁਲਾਈਜ਼ ਕਰਾਂਗੇ। ਸਭ ਤੋਂ ਪਹਿਲਾਂ ਆਪਣਾ ਟੌਪਿਕ ਸੀ ਟਾਈਮ ਮੈਨੇਜਮੈਂਟ, ਜਿਸ ਦੀ ਡੈਫੀਨੇਸ਼ਨ ਹੈ ਟਾਈਮ ਮੈਨੇਜਮੈਂਟ ਇਜ਼ ਦ ਪ੍ਰੋਸੈਸ ਆਫ ਆਰਗੇਨਾਈਜ਼ਿੰਗ ਐਂਡ ਪਲੈਨਿੰਗ ਹਾਊ ਟੂ ਡਿਵਾਈਡ ਯੂਰ ਟਾਈਮ ਬਿਟਵੀਨ ਸਪੈਸੀਫਿਕ ਐਕਟੀਵਿਟੀਜ਼, ਜਿਸ ਦਾ ਕੀ ਮਤਲਬ ਸੀ ਕਿ ਜੋ ਸਾਡਾ ਸਮਾਂ ਹੈ ਉਸ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਵੱਖ-ਵੱਖ ਕੰਮਾਂ ਵਿੱਚ ਵੰਡਣ ਦੀ ਕਿਰਿਆ ਨੂੰ ਅਸੀਂ ਸਮੇਂ ਦਾ ਪ੍ਰਬੰਧਨ ਕਹਿੰਦੇ ਹਾਂ। ਉਸ ਤੋਂ ਬਾਅਦ ਸੀ ਇਸ ਦੀ ਇੰਪੋਰਟੈਂਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਦਾ ਇਹ ਸਾਡੇ ਦਿਮਾਗੀ ਤਣਾਅ ਨੂੰ ਘੱਟ ਕਰਦਾ ਹੈ। ਇਟ ਰਿਡਿਊਸਿਸ ਸਟ੍ਰੈਸ, ਅਲਾਉਜ਼ ਯੂ ਟੂ ਸਟੇ ਇਨ ਕੰਟਰੋਲ, ਸਾਡੇ ਆਪਣੇ ਆਪ 'ਤੇ ਸਾਡਾ ਕੰਟਰੋਲ ਰੱਖਦਾ ਹੈ। ਹੈਲਪਸ ਟੂ ਅਚੀਵ ਮੋਰ, ਜ਼ਿਆਦਾ ਤੋਂ ਜ਼ਿਆਦਾ ਸਾਨੂੰ ਅਚੀਵ ਕਰਨ ਵਿੱਚ ਸਾਡੀ ਹੈਲਪ ਕਰਦਾ ਹੈ। ਮੈਨੇਜ ਕਨਫਲਿਕਟਿੰਗ ਡੈਡਲਾਈਨਸ, ਜੋ ਸਾਡੇ ਰਾਹ ਵਿੱਚ ਅੜਿੱਕੇ ਆਉਂਦੇ ਹਨ ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ। ਸ਼ੋਜ਼ ਦੈਟ ਯੂ ਕੈਨ ਪ੍ਰਾਇਓਰੀਟਾਈਜ਼ ਟਾਸਕਸ, ਕੰਮਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ, ਉਹਨਾਂ ਦੀ ਲੋੜ ਦੇ ਅਨੁਸਾਰ ਵੰਡਣ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ। ਵਰਕ ਤੇ ਲਾਈਫ ਬੈਲੈਂਸ, ਸਾਡੀ ਜ਼ਿੰਦਗੀ ਤੇ ਸਾਡੇ ਕੰਮਾਂ ਦਾ ਇੱਕ ਬੈਲੈਂਸ ਬਣਾ ਕੇ ਰੱਖਦਾ ਹੈ। ਉਸ ਤੋਂ ਬਾਅਦ ਕੰਮਾਂ ਨੂੰ ਪ੍ਰਾਇਓਰੀਟਾਈਜ਼ ਕਰਨਾ, ਅਰਜੈਂਟ ਅਤੇ ਨਾਨ ਅਰਜੈਂਟ ਦੇ ਵਿੱਚ ਸਭ ਤੋਂ ਪਹਿਲਾਂ ਜੋ ਅਰਜੈਂਟ ਕੰਮ ਨੇ, ਜੋ ਕਰਨੇ ਹੁਣੇ ਜ਼ਰੂਰੀ ਨੇ, ਉਹਨਾਂ ਨੂੰ ਅੱਗੇ ਰੱਖਣਾ ਅਤੇ ਨਾਨ ਅਰਜੈਂਟ ਜਿਨ੍ਹਾਂ ਨੂੰ ਅਸੀਂ ਬਾਅਦ 'ਚ ਵੀ ਕਰ ਸਕਦੇ ਹਾਂ ਜਾਂ ਜੋ ਕਿ ਅਸੀਂ ਨਾ ਵੀ ਕਰਾਂਗੇ ਤਾਂ ਵੀ ਸਾਡਾ ਸਰ ਜਾਣਾ ਹੈ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਰੇਂਜ ਕਰਨਾ। ਨੈਕਸਟ ਸੀ ਟਾਈਮ ਮੈਨੇਜਮੈਂਟ ਦੇ ਟਿਪਸ। ਫਸਟ, ਸੈਟ ਗੋਲਸ ਕਰੈਕਟਲੀ, ਸਭ ਤੋਂ ਪਹਿਲਾਂ ਆਪਣੇ ਗੋਲਸ ਬਣਾਉਣੇ, ਫਿਰ ਉਹਨਾਂ ਨੂੰ ਪ੍ਰਾਇਓਰੀਟਾਈਜ਼ ਕਰਨਾ ਕੰਮਾਂ ਨੂੰ, ਫਿਰ ਇੱਕ ਟਾਈਮ ਲਿਮਿਟ ਦੇਖਣੀ ਕਿ ਕਿੰਨੇ ਸਮੇਂ ਵਿੱਚ ਅਸੀਂ ਕਿਹੜਾ ਕੰਮ ਕਰਨਾ ਹੈ, ਵਿੱਚ ਬ੍ਰੇਕਸ ਲੈਣੀਆਂ ਤਾਂ ਜੋ ਕੰਮ ਦੇ ਵਿੱਚ ਸਾਡੀ ਰੁਚੀ ਬਣੀ ਰਹੇ। ਆਰਗੇਨਾਈਜ਼ ਕਰਨਾ, ਆਪਣੇ ਆਪ ਨੂੰ ਜੋ ਅਸੀਂ ਪਲਾਨ ਬਣਾਇਆ ਉਸ ਦੇ ਲਈ ਤਿਆਰ ਰੱਖਣਾ, ਆਪਣੇ ਰਸਤੇ ਵਿੱਚ ਆਉਂਦੇ ਅੜਿੱਕਿਆਂ ਨੂੰ ਦੂਰ ਕਰਨਾ ਅਤੇ ਪਲਾਨ ਨੂੰ ਲਾਗੂ ਕਰਨਾ। ਉਸ ਤੋਂ ਬਾਅਦ ਸੀ ਇਸ ਦੇ ਬੈਨੀਫਿਟਸ ਕੀ ਸੇਮ ਲਾਈਕ ਇੰਪੋਰਟੈਂਸ, ਰਿਡਿਊਸ ਕਰਦਾ ਆਪਣੇ ਸਟ੍ਰੈਸ ਨੂੰ, ਇੰਪਰੂਵ ਕਰਦਾ ਸਾਡੀ ਸੈਲਫ ਇਸਟੀਮ ਨੂੰ, ਸਾਡੇ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਸਾਡੀ ਹੈਲਪ ਕਰਦਾ ਹੈ, ਸਾਡੇ ਉਦੇਸ਼ ਜਾਂ ਸਾਡੇ ਮਕਸਦ ਜੋ ਅਸੀਂ ਮਿੱਥੇ ਹਨ ਉਹਨਾਂ ਨੂੰ ਪਾਉਣ ਵਿੱਚ ਸਾਡੀ ਸਹਾਇਤਾ ਕਰਦਾ ਹੈ। ਸਾਡੇ ਅੰਦਰ ਕੌਨਫੀਡੈਂਸ ਆਉਂਦਾ, ਐਬਿਲਿਟੀ ਆਉਂਦੀ ਹੈ, ਇਕੱਲੇ ਕਰਨ ਦੀ ਖਮਤਾ ਪੈਦਾ ਹੁੰਦੀ ਹੈ। ਸਿਕਨੈਸ ਤੇ ਮੈਲਟਡਾਊਨਸ ਨੂੰ ਅਵੋਇਡ ਕਰਦਾ ਹੈ।
ਬੈਲੈਂਸ ਆਪਣੀ ਜ਼ਿੰਦਗੀ ਦਾ ਤੇ ਮਾਨਸਿਕ ਸੰਤੁਲਨ ਬਣਾ ਕੇ ਰੱਖਦਾ ਹੈ ਅਤੇ ਸਾਨੂੰ ਹੋਰ ਪ੍ਰੋਡਕਟਿਵ ਬਣਾਉਂਦਾ ਹੈ, ਸਾਡੀ ਹੋਰ ਗਰੋ ਕਰਨ ਦੇ ਵਿੱਚ ਹੈਲਪ ਕਰਦਾ ਹੈ। ਥੈਂਕਸ ਫॉर ਵਾਚਿੰਗ।